ਤੋਬਰ ਸਾਹਿਬ, ਜਦੋਂ ਸਾਡੇ ਕੋਲੇ ਜ਼ਮੀਨ ਹੀ ਨਾ ਰਹੀ ਫਿਰ ਅਸੀਂ ਕਿਹੜੀ ਪਰਾਲੀ ਨੂੰ ਅੱਗ ਲਾ ਲਾਂਗੇ। ਤੇ ਜਦੋਂ ਸਾਡੇ ਕੋਲੇ ਜ਼ਮੀਨ ਨਾ ਰਹੀ ਅਸੀਂ ਕਿਹੜੀਆਂ ਮੋਟਰਾਂ ਤੇ ਸਬਸਿਡੀ ਲੈ ਲਾਂਗੇ। 12 ਨੁਕਤੇ ਕਿਸਾਨ ਲੀਡਰਾਂ ਨੂੰ ਸਰਕਾਰ ਨੇ ਆਪਦੇ ਹੱਥੀਂ ਲਿਖ ਕੇ ਦਿੱਤੇ। ਸਾਡੇ ਪੜ੍ਹੇ ਲਿਖੇ ਲੀਡਰ ਬੈਠੇ ਨੇ ਰਾਜੇਵਾਲ ਸਾਹਿਬ, 12 ਦੇ 12 ਨੁਕਤੇ ਕੱਲੇ ਕਿਸਾਨ ਵਿਰੋਧੀ ਨਹੀਂ ਸੀ, ਕੋਈ ਮਜ਼ਦੂਰ ਵਿਰੋਧੀ ਕੱਲੇ ਵਿਰੋਧੀ ਨਹੀਂ ਸੀ, ਕੋਈ ਕੱਲੇ ਵਪਾਰੀ ਵਿਰੋਧੀ ਨਹੀਂ ਸੀ। 12 ਦੇ 12 ਨੁਕਤੇ ਮੇਰੇ ਕਿਸਾਨ ਵੀਰੋ ਦੇਸ਼ ਵਿਰੋਧੀ ਸੀਗੇ, ਦੇਸ਼ ਵਿਰੋਧੀ। ਅਸੀਂ ਸਾਡਾ ਅੰਦੋਲਨ ਭਾਣਾ ਮੰਨ ਕੇ ਚਲਾ ਰਹੇ ਹਾਂ। ਮੋਦੀ ਦੀ ਕੋਈ ਤਾਕਤ ਨਹੀਂ ਸਾਡੇ ਅੰਦੋਲਨ ਨੂੰ ਖੇਡ ਦੂਗਾ, ਉਹਦੀ ਕੋਈ ਤਾਕਤ ਨਹੀਂ, ਉਹਦੀ ਸਰਕਾਰ ਦੀ ਤਾਕਤ ਨਹੀਂ। ਜਦੋਂ ਸਰਕਾਰ ਸਾਰੇ ਹੀਲੇ ਹਾਰ ਗਈ ਫਿਰ ਇਹਨਾਂ ਦੇ ਆਰਐਸਐਸ ਦੇ 25,000 ਗੁੰਡਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਹੈ। ਫਿਰ ਉਹ ਸਾਡੇ ਤੇ ਹਮਲਾ ਉਹਨਾਂ ਕੰਨਿਓ ਕਰਾਉਣਗੇ। ਭਰਾਵੋ ਉਹੀ ਗੱਲ ਹੋਈ 26 ਤੋਂ ਬਾਅਦ ਜਾ ਕੇ ਟਿਕਾਣੇ ਤੇ ਹਮਲਾ ਕੀਤਾ। ਉਹ ਸਾਡਾ ਹੰਢਿਆ ਹੋਇਆ ਲੀਡਰ ਦੀ, ਸਿਆਣਾ ਲੀਡਰ ਦੀ, ਉਹ ਗੱਲ ਨੂੰ ਸਾਂਭ ਗਿਆ। ਉਹ ਧਰਨੇ ਤੋਂ ਹੱਲਿਆ ਨਹੀਂ ਤੇ ਦੁਬਾਰੇ ਅੰਦੋਲਨ ਜੇ ਕਹਿ ਦਈਏ ਪੈਰ ਲਾ ਗਿਆ। ਫਿਰ ਹਮਲਾ ਉਹਨਾਂ ਨੇ ਕਿੱਥੇ ਕੀਤਾ? ਗੁੰਡਿਆਂ ਨੇ ਫਿਰ ਹਮਲਾ ਕੀਤਾ ਰਾਜਸਥਾਨ ਦੇ 1000 ਮੁੰਡਾ ਗਾਹਾਂ ਬੈਠਾ ਸੀਗਾ, ਪੁਲਿਸ ਵਾਲੀਆਂ ਵਰਦੀਆਂ ਪਾ ਕੇ, ਕਿੱਡੀ ਸ਼ਰਮ ਵਾਲੀ ਗੱਲ ਹੈ। ਤੇ ਜਾ ਕੇ ਉੱਥੇ ਹਮਲਾ ਕੀਤਾ। ਸਿੱਖ ਧਰਮ ਦੇ ਵਿੱਚ ਜੇ ਕੋਈ ਹਜੂਰ ਸਾਹਿਬ ਨਾ ਜਾਵੇ ਕਹਿੰਦੇ ਉਹ ਸਿੱਖ ਨਹੀਂ। ਤੇ ਮੈਂ ਇੱਕ ਗੱਲ ਕਹਿ ਕੇ ਜਾਣਾ, ਜਿਹੜਾ ਦਿੱਲੀ ਦੇ ਧਰਨੇ 'ਚ ਨਾ ਜਾਊ ਉਹ ਪੰਜਾਬੀ ਨਹੀਂ ਹੈਗਾ। ਤਿੱਖੇ ਸੰਘਰਸ਼ ਦੇ ਰਾਹ ਪਏ ਮੇਰੇ ਕਿਸਾਨ ਵੀਰ, ਮਜ਼ਦੂਰ ਵੀਰ, ਵਪਾਰੀ ਸਾਹਿਬਾਨ ਤੇ ਖਾਸ ਕਰਕੇ ਮੇਰੀਆਂ ਬੇਟੀਆਂ ਤੇ ਮੇਰੀਆਂ ਭੈਣਾਂ। ਪਹਿਲਾਂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ 2-3 ਗੱਲਾਂ ਸਾਂਝੀਆਂ ਕਰਨੀਆਂ। ਹਰ ਇੱਕ ਲੀਡਰ ਦੀ ਗੱਲ ਸ਼ਾਂਤਮਈ ਢੰਗ ਦੇ ਨਾਲ ਸੁਣੋ। ਪੰਜਾਬ ਦੇ ਵਿੱਚ ਮੋਰਚਾ ਲੱਗੇ ਨੂੰ 7 ਮਹੀਨੇ ਹੋ ਗਏ ਨੇ ਤੇ ਦਿੱਲੀ ਦੀਆਂ ਦਰਾਂ ਤੇ ਗਿਆ ਨੂੰ 5ਵਾਂ ਮਹੀਨਾ ਚੜ ਗਿਆ, 5ਵਾਂ ਮਹੀਨਾ ਲੱਗ ਗਿਆਗਾ। ਕਈ ਵਾਰ ਆਪਾਂ ਇਹ ਗੱਲ ਕਹਿ ਦਿੰਦੇ ਆ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਨਹੀਂ ਮੇਰੇ ਕਿਸਾਨ ਵੀਰੋ, ਸਰਕਾਰ ਦੇ ਕੰਨ ਤੇ ਜੂੰ ਸਰਕੀ ਹੈ। ਸਰਕਾਰ ਦੇ ਕੰਨ ਤੇ ਜੂੰ 1 ਹਫ਼ਤੇ ਬਾਅਦ ਸਰਕ ਗਈ ਸੀਗੀ। 26 ਤਰੀਕ ਨੂੰ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਦਿੱਲੀ ਕੰਨੀ ਦਾ ਮਾਰਚ ਕੀਤਾ ਦੀ ਤਿਆਰੀ ਕੀਤੀ ਸੀ, ਸਰਕਾਰ ਦਾ ਇੱਕ ਬਿਆਨ ਆਇਆ ਵੀ ਕਿਸਾਨ ਲੀਡਰਾਂ ਨਾਲ 3 ਤਰੀਕ ਨੂੰ ਮੀਟਿੰਗ ਕੀਤੀ ਜਾਊਗੀ। ਸਰਕਾਰ ਸੋਚਦੀ ਸੀ ਵੀ ਖਬਨੀ ਮੀਟਿੰਗ ਦੇ ਝਾਕ ਦੇ ਵਿੱਚ ਕਿਸਾਨ ਆਪਦੇ ਅੰਦੋਲਨ ਨੂੰ ਪਿੱਛੇ ਪਾ ਦੇਣਗੇ। ਜਦੋਂ ਸਰਕਾਰ ਨਾਲ ਮੀਟਿੰਗ ਹੋਈ, ਮੇਰਾ ਖਿਆਲ ਹੈ ਦੂਜੀ ਤੀਜੀ ਮੀਟਿੰਗ ਦੇ ਵਿੱਚ ਸਰਕਾਰ ਨੇ ਇੱਕ ਗੱਲ ਕਹੀ ਵੀ ਜਿਹੜਾ ਬਿਜਲੀ ਐਕਟ ਹੈ ਉਹਨੂੰ ਅਸੀਂ ਖਤਮ ਕਰ ਦਾਂਗੇ, ਨਹੀਂ ਲਾਗੂ ਕਰਾਂਗੇ। ਜਿਹੜਾ ਪਰਾਲੀ ਐਕਟ ਹੈ ਉਹਨੂੰ ਅਸੀਂ ਖਤਮ ਕਰ ਦਾਂਗੇ, ਨਹੀਂ ਲਾਗੂ ਕਰਾਂਗੇ। ਤੇ ਸਾਡੀ ਲੀਡਰਸ਼ਿਪ ਦਾ ਜਵਾਬ ਸੀਗਾ, ਤੋਬਰ ਸਾਹਿਬ, ਜਦੋਂ ਸਾਡੇ ਕੋਲੇ ਜ਼ਮੀਨ ਹੀ ਨਾ ਰਹੀ ਫਿਰ ਅਸੀਂ ਕਿਹੜੀ ਪਰਾਲੀ ਨੂੰ ਅੱਗ ਲਾ ਲਾਂਗੇ। ਤੇ ਜਦੋਂ ਸਾਡੇ ਕੋਲੇ ਜ਼ਮੀਨ ਨਾ ਰਹੀ ਅਸੀਂ ਕਿਹੜੀਆਂ ਮੋਟਰਾਂ ਤੇ ਸਬਸਿਡੀ ਲੈ ਲਾਂਗੇ।
मेरा कहण दा मतलब पहली बार सरकार दे कंन ते जूं सरकी। फिर सरकार ने पेशकश की भी जिन्ने नुकते ने असी लिख के दे देने आ, जेड़ा नुकता सोनू माड़ा लगे वो ते तुसी काली शाही ला दिओ। 12 नुकते किसान लीडरां नूं सरकार ने आपदे हत्थी लिख के दिते। साडे पढ़े लिखे लीडर बैठे ने राजेवाल साहब, 12 दे 12 नुकते कल्ले किसान विरोधी नहीं थे, कोई मजदूर विरोध कल्ले विरोधी नहीं थे, कोई कल्ले व्यापारी विरोधी नहीं थे। 12 दे 12 नुकते मेरे किसान वीरो देश विरोधी थी गए, देश विरोधी। 12 दे 12 नुकते ते सारिਆਂ ते काली शाही लग गई। ते फिर मंत्री कहंदे ने असी 12 दे 12 नुकते पासे रख देने आ ते आ सानू तिन्ने खोखे रख लैण दिओ, जिवें उह च कणक पाउणी हुंदी है। तिन्ने खोखे रख लैण दिओ। सवाल सोनू भी लगदा होऊ खोखिਆਂ नाल कोई फर्क नहीं पैना। असी इस गल नूं समझा भी सरकार क्यों रखना चाहुंदी थी। फिर सरकार मेरे किसान वीरों आई, असी इहनूं 1.5 साल लई सस्पेंड कर दिंदे आ। फिर कहंदी 2 साल लई, इत्थों तक आ गई भी 3 साल लई सस्पेंड करा लो। ते जिवें सानू सारिਆਂ ਨੂੰ ਇਹ ਸਮਝਿਆ ਵੀ ਇਹਨਾਂ ਨੂੰ ਗਿਆਨ ਨਹੀਂ ਲੀਡਰਾਂ ਨੂੰ। ਅਸੀਂ ਸਰਕਾਰ ਨੂੰ ਇਹ ਗੱਲ ਕਹੀ ਸਾਡੇ ਲੀਡਰਾਂ ਨੇ, ਜੇ ਕੋਈ ਮੁਲਾਜ਼ਮ ਸਸਪੈਂਡ ਕੀਤਾ ਜਾਵੇ ਉਹਦਾ ਉਚਲਾ ਅਧਿਕਾਰੀ ਉਹਨੂੰ 6 ਮਹੀਨਿਆਂ ਬਾਅਦ ਬਹਾਲ ਕਰ ਸਕਦਾ ਹੈ, ਤੇ ਤੁਸੀਂ ਜਿੱਦੇ ਮਰਜ਼ੀ ਉਹਨੂੰ ਬਹਾਲ ਕਰ ਦੋ, ਤੁਹਾਡੀ ਇਹ ਗੱਲ ਅਸੀਂ ਨਹੀਂ ਮੰਨਾਂਗੇ। ਮੇਰੇ ਕਿਸਾਨ ਵੀਰੋ, मेरा कहण दा मतलब यह नुकते 99% लोग विरोधी ने। मोदी नूं मैं एक गल जरूर कहना भी उन्हें ठीक कीता। कदे असीं सोचिया नहीं सीगा भी मजदूर, किसान, व्यापारी, मुलाजम ते खास करके आड़तीए भी असीं एक स्टेज ते हो जाएंगे। मोदी ने सानूं इकट्ठे करता। मेरा ख्याल है ये रास्ता कोई माड़ा नहीं होया, लड़न वास्ते चंगा ही होयागा जेडे एक प्लेटफार्म ते आ गए। जिद्दे नुकते पिछले साल तैयारी की है लियादे ने, पहला की चीज लिया याद करो। इस महीने दे विच लोकां नूं कोई पता नहीं, इक्को लागत कहता बीमारी आ गई जी, बीमारी आ गई। सारे लोग सहम गए, मुंह बनाते, डंडे दे जोर ते अंदर बंद करते। फिर लोक विरोधी कानून लियाते। सब नालों पहला कानून मजदूरां दे विरोध च लियादा। ज्यादा सोचने वाली गल है। वो की किसे ठमे 18 घंटे दिहाड़ी हुंदी है। साडे वड्ड वडेरियां ने खून डोल के उसनूं 8 घंटे कराया, ते मोदी ने बीमारी लिया के, बीमारी दिखा के, साडा मुंह बना के ते दिहाड़ी 12 घंटे करती। तुसी दिमाग दे विच इह गल ना पाल लिओ किते दिहाड़ी जिहड़े स्टूल कास्ट ने उही करदे ने। आपां जिन्ने बैठे आ, जे इत्थे दिहाड़ी 12 घंटे लागू हो गई तां बाहरले देशां दे विच भी लागू हो जानी है। ते साडे सारिਆਂ दे धी पुत, साडे मुंडे जवाक सारे उत्थे दिहाड़ी करदे ने जाके। फिर उन्हां नूं ओवर टाइम 8 घंटिਆਂ बाद नहीं मिलना, फिर ओवर टाइम 12 घंटिਆਂ बाद मिलूगा। मेरा कहण दा मतलब
मोदी ने साडे मूँह बना के मजदूरों के खिलाफ जे कह दिए 12 घंटे वाला कानून लिया तो असी रल के दा मूँह तोड़वा जवाब देवांगे। साडे खिलाफ मैं उन्होंने काले कानून नहीं कहता। क्यों नहीं कहता? अद्धी दुनिया जे कह दिए काले लोग ने गुस्सा करते हैं। मैं लीडरशिप नूं बेनती करदा, अज तो इन्हां दा कानून भगवे कपड़े कह दो, भारतीय जनता पार्टी का भगवा माना हैगा ते भगवा उन्हां दा झंडा हैगा। अज तो बाद भगवे कानून कहो जिहड़े भारतीय जनता पार्टी लिआंदे ने। काले लोगों नूं असीं गुस्से नहीं करना इस गल दे उत्ते। मेरा ख्याल है इन्ना डराता सानू, जेड़े हथ असीं सारी उम्र च नहीं धोते सीगे, सारिਆਂ ने 1 महीने च धवाते, 1 महीने च हथ धवाते साडे जेड़े सारी उम्र नहीं धोते सीगे सानू डरा के। आ मुलाजम खड़े ने मेरे वीर, जदों भी किसी दे चोट बजदी है, किसी तबके से बजदी है, साडी लीडरशिप उस चोट नूं पूरी आपदी निगाह रखती है। वो की निगाह रखती है? जदों अटल बिहारी वाजपेयी देश का प्रधानमंत्री बनया ते देश का प्रधानमंत्री बनन सार कहा कि जेड़ा अज तो बाद पुलिस च भर्ती होऊगा, किते भी मुलाजम भर्ती होऊगा, ओनू पेंशन नहीं मिलूगी। कोई असीं तां कहने आ जे कोई किसान घरे काम करदा है, कोई मजदूर घरे काम करदा है, 60 साल तो बाद उन्होंने 10,000 रुपया मिले। मेरे वीरों, चाहे रुपया करोड़ा मिल जाए, रुपया नहीं कदे खड़ता हुंदा। जे पेंशन मिलती है तो पोते पोती फेर लवे लगते ने बाबे नूं पेंशन मिलूगी, ते जे पेंशन नहीं मिलू बाबे नूं पैसे किन्ने मिल जाना, उन्होंने चले जाना है। अगली गल इत्थे चर्चा का विषय बनया तुहाडे इलाके दे विच। मेरा ख्याल है सानू संयुक्त मोर्चे नूं थोड़ा जिहा संजोग रखना पैंदा। जे कह दिए आपदे अंदोलन नूं ध्यान दे नाल चलाउणा पैंदा। अंदोलन हमेशा वास्ते 3-4 गल्लां नाल जित्तिया जांदा है। एक अंदोलन जित्तिया जांदा है लोकां दा इकट्ठ, ते इकट्ठ दा ना दिल्ली तोड़ा ते जिथे इकट्ठ करदे ना उत्थे तोड़ा, ना अज इत्थे इकट्ठ दा तोड़ा, बहुत ज्यादा इकट्ठ है। दूसरा अंदोलन पैसे नाल जित्तिया जांदा है, ते संयुक्त मोर्चे कोले जे कह दिए लोकां ने सहायता भेजी है, बाहरों भेजी है, पैसा पूरा मनी पूरी है। तीसरा खुराक नाल ते खुराक पूरी है। कल मानसा जिले दे विचों एक ट्राली कल आटे की भर के गई है, ते मैनू फोन करया प्रधान जी कित्थों? मैं कहा मैं पंजाब चलिया गया। कहंदे सोथों आदे उद्घाटन कराउणा सीगा। मैं कहा कोई नहीं, होर लीडर सद लो, किसी जथेबंदी दा आ जाए तुसीं उहनूं वंड दो आटे नूं। मेरा कहंदा ये चीज़ां। चौथी गल, जे साडा प्रैस संजोग करे तो साडा अंदोलन जित्तिया जा सकता है, पर पंजाब दी प्रैस, साडी प्रैस, जिहड़े साडे पक्षी प्रैस है, उन्हें साडी बहुत ज़्यादा मदद की है, ते साडे अंदोलन नूं बहुत वधिया उन्होंने दिखाया। ते जिहड़ी मोदी दी मीडिया साडी विरोधी है, उन्होंने साडी एक गल मिल जाए उन्होंने 100 बार दूजे पासे जोड़ते नेगे। अगली गल मेरे किसान वीरों, जिहड़ी मैं अगली गल कहण जा रहा, अंदोलन हमेशा वास्ते तां जित्तिया जा सकता है जे असीं अंदोलन नूं शांत चलावांगे, ठंडे मते नाल रखांगे। ये मैं क्यों गल लिआंदी है? असीं वारस किहदे आ? असीं वारस हां 10 पातशाहियां दे। असीं वारस हां 10 बादशाहियां दे। एक कौम दे जनेऊ लै रहे थी ते तेग बहादुर दा सीस कट्टण दी तैयारी करी जा रही थी। किसे नूं देगां दे विच बालिया जा रहा थीगा।
ਕਿਸੇ ਨੂੰ ਆਰੇ ਤੇ ਚੜਾਇਆ ਜਾ ਰਿਹਾ ਸੀਗਾ, ਕਿਸੇ ਦਾ ਬੰਦ ਕੱਟਿਆ ਜਾ ਰਿਹਾ ਸੀਗਾ। ਉਸ ਮੌਕੇ ਸਿੰਘਾਂ ਨੇ ਕਿਹਾ, ਗੁਰੂ ਜੀ ਹੁਕਮ ਦਿਓ, ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਾਂਗੇ। ਪਰ ਸਾਡੇ ਗੁਰੂ ਨੇ ਕੀ ਕਿਹਾ? ਨਹੀਂ, ਦੋਲਣ ਭਾਣਾ ਮੰਨ ਕੇ ਚਲਾਓ, ਭਾਣਾ ਮੰਨੋ। ਅਸੀਂ ਸਾਡਾ ਦੋਲਣ ਭਾਣਾ ਮੰਨ ਕੇ ਚਲਾ ਰਹੇ ਹਾਂ। ਮੋਦੀ ਦੀ ਕੋਈ ਤਾਕਤ ਨਹੀਂ ਸਾਡੇ ਦੋਲਣ ਨੂੰ ਖੇਡ ਦੂਗਾ, ਉਹਦੀ ਕੋਈ ਤਾਕਤ ਨਹੀਂ, ਉਹਦੀ ਸਰਕਾਰ ਦੀ ਤਾਕਤ ਨਹੀਂ। ਮੈਂ ਜਦੋਂ ਅੰਦੋਲਨ ਦੀ ਤਿਆਰੀ ਚੱਲ ਰਹੀ ਸੀ, ਮੈਂ ਦਿਨ ਤੇ ਰਾਤ ਦੀ ਮੇਰੀ ਜਥੇਬੰਦੀ ਦੀ ਇੱਕ ਮੀਟਿੰਗ ਸੱਦੀ ਵੀ ਤਿਆਰੀ ਕਰ ਲਓ, ਅੰਦੋਲਨ ਵੱਡਾ ਚੱਲਣਾ ਹੈ। ਜਦੋਂ ਦਿਨ ਚੜਿਆ, ਮੈਨੂੰ ਵਰਕਰਾਂ ਨੇ ਇੱਕੋ ਹੀ ਸਵਾਲ ਕਰਤਾ, ਕਹਿੰਦੇ ਪ੍ਰਧਾਨ ਜੀ ਜਦੋਂ ਸਰਕਾਰ ਸਾਰੇ ਹੀਲੇ ਹਾਰ ਗਈ ਫੇਰ ਸਰਕਾਰ ਕੀ ਕਰੂ? ਹੁਣ ਦੇਖ ਲਓ ਭਰਾਵੋ, ਸਾਨੂੰ ਪਹਿਲਾਂ ਪਤਾ ਸੀਗਾ। ਮੈਂ ਵਰਕਰਾਂ ਨੂੰ ਇੱਕੋ ਹੀ ਕਿਹਾ, ਜਦੋਂ ਸਰਕਾਰ ਸਾਰੇ ਹੀਲੇ ਹਾਰ ਗਈ ਫਿਰ ਇਹਨਾਂ ਦੇ ਆਰਐਸਐਸ ਦੇ 25,000 ਗੁੰਡਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਹੈ, ਫਿਰ ਉਹ ਸਾਡੇ ਤੇ ਹਮਲਾ ਉਹਨਾਂ ਕੰਨਿਓ ਕਰਾਉਣਗੇ। ਭਰਾਵੋ ਉਹੀ ਗੱਲ ਹੋਈ। 26 ਤੋਂ ਬਾਅਦ ਜਾ ਕੇ ਟਿਕਾਣੇ ਤੇ ਹਮਲਾ ਕੀਤਾ। ਉਹ ਸਾਡਾ ਹੰਢਿਆ ਹੋਇਆ ਲੀਡਰ ਸੀ, ਸਿਆਣਾ ਲੀਡਰ ਸੀ, ਉਹ ਗੱਲ ਨੂੰ ਸਾਂਭ ਗਿਆ। ਉਹ ਧਰਨੇ ਤੋਂ ਹੱਲਿਆ ਨਹੀਂ ਤੇ ਦੁਬਾਰੇ ਅੰਦੋਲਨ ਜੇ ਕਹਿ ਦਈਏ ਪੈਰ ਲਾ ਗਿਆ। ਫਿਰ ਹਮਲਾ ਉਹਨਾਂ ਨੇ ਕਿੱਥੇ ਕੀਤਾ? ਗੁੰਡਿਆਂ ਨੇ ਫਿਰ ਹਮਲਾ ਕੀਤਾ। ਰਾਜਸਥਾਨ ਦੇ 1000 ਮੁੰਡਾ ਗਾਹਾਂ ਬੈਠਾ ਸੀਗਾ, ਪੁਲਿਸ ਵਾਲੀਆਂ ਵਰਦੀਆਂ ਪਾ ਕੇ, ਕਿੱਡੀ ਸ਼ਰਮ ਵਾਲੀ ਗੱਲ ਹੈ। ਤੇ ਜਾ ਕੇ ਉੱਥੇ ਹਮਲਾ ਕੀਤਾ। ਉਹ ਮੁੰਡਿਆਂ ਨੂੰ ਜਿਹੜੇ ਮਗਰ ਸਿਆਣੇ ਬਜ਼ੁਰਗ ਬੈਠੇ ਸੀ ਉਹਨਾਂ ਨੇ ਆ ਕੇ ਬਚਾਇਆ। ਫਿਰ ਹਮਲਾ ਕੀਤਾ। ਸਾਥੋਂ ਮੂਹਰੇ ਸਟੇਜ ਚੱਲਦੀ ਹੈ। ਉਸ ਸਮੇਂ ਮੈਂ ਉੱਥੇ ਸੀ, ਖੁਦ ਉੱਥੇ ਸੀ, ਮੈਂ ਆਪਦੀ ਅੱਖੀਂ ਵੇਖਿਆਗਾ। ਗੁੰਡਿਆਂ ਨੇ ਆ ਕੇ ਦਿਨ ਦਿਹਾੜੇ ਹਮਲਾ ਕੀਤਾ, ਪਰ ਉਹ ਗੁੰਡੇ ਤੁਹਾਡੇ ਦੋਲਣ ਨੂੰ ਹਿਲਾ ਨਹੀਂ ਸਕੇ। ਉਹਨਾਂ ਨੂੰ ਮੂੰਹ ਦੀ ਖਾਣੀ ਪਈ ਤੇ ਵਾਪਸ ਜਾਣਾ ਪਿਆ, ਦੋਲਣੋਂ ਮੇਰੇ ਜਚਿਆ ਰਹਿ ਗਿਆ। ਇਸ ਕਰਕੇ ਬੇਨਤੀ ਕਰਨ ਆਇਆ, ਹਾੜੀ ਆ ਗਈ, ਮੈਨੂੰ ਪਤਾ ਹੈ। ਤੁਸੀਂ ਕਿਸੇ ਨੇ ਹੱਥੀ ਕਣਕ ਨਹੀਂ ਵੱਢਣੀ। ਜਿਹੜੇ ਨੇ ਹੱਥੀ ਕਣਕ ਵੱਢਣੀ ਹੈ ਉਹ ਹੱਥ ਖੜਾ ਕਰ ਦੋ, ਜਮਾ ਦਿੱਲੀ ਨਾ ਜਾਇਓ। ਜਿਹਨੇ ਹੱਥੀ ਵੱਢਣੀ ਹੈ ਉਹ ਮਸ਼ੀਨ ਨੇ ਵੱਢਣੀ ਹੈ, ਉਹ ਕਪੈਨ ਨੇ ਵੱਢਣੀ ਹੈ, ਮਸ਼ੀਨ ਨੇ ਤੂੜੀ ਬਣਾਉਣੀ ਹੈ। ਮੈਂ ਇੱਕ ਗੱਲ ਕਹਿਣਾ ਹੁੰਦਾ, ਇੱਕ ਤਾਂ ਸਿੱਖ ਧਰਮ ਦੇ ਵਿੱਚ ਜੇ ਕੋਈ ਹਜੂਰ ਸਾਹਿਬ ਨਾ ਜਾਵੇ ਕਹਿੰਦੇ ਉਹ ਸਿੱਖ ਨਹੀਂ। ਤੇ ਮੈਂ ਇੱਕ ਗੱਲ ਕਹਿ ਕੇ ਜਾਣਾ, ਜਿਹੜਾ ਦਿੱਲੀ ਦੇ ਧਰਨੇ 'ਚ ਨਾ ਜਾਊ ਉਹ ਪੰਜਾਬੀ ਨਹੀਂ ਹੈਗਾ, ਉਹ ਪੰਜਾਬੀ ਨਹੀਂ ਹੈਗਾ। ਸੁਣ, ਮੈਂ ਇੱਕ ਬੇਨਤੀ ਕਰਦਾ, ਇਹ ਇਲਾਕਾ ਚਰਚਾ ਦਾ ਵਿਸ਼ਾ ਬਣਿਆ। ਜੋਗਿੰਦਰ ਸਿੰਘ ਬੋਲ ਕੇ ਗਏ ਨੇ, ਜਦੋਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਹੀ ਨਹੀਂ ਦਿੰਦੇ, ਫਿਰ ਭਾਰਤੀ ਜਨਤਾ ਪਾਰਟੀ ਦੇ ਵਰਕਰ ਕਿਉਂ ਪਿੰਡਾਂ 'ਚ ਆਉਂਦੇ ਨੇ? ਕੋਈ ਅਸੀਂ ਅੱਜ ਨਹੀਂ ਕਿਹਾ, ਅਸੀਂ ਉਹਦੇ ਤੋਂ ਕਿਹਾ ਵੀ ਭਾਰਤੀ ਜਨਤਾ ਪਾਰਟੀ ਦਾ ਕੋਈ ਵਰਕਰ ਹੋਵੇ, ਕੋਈ ਆਗੂ ਹੋਵੇ, ਉਹਨਾਂ ਦਾ ਸਮਾਜਿਕ ਬਾਈਕਾਟ ਕਰਨਾ ਹੈ। ਜਦੋਂ ਸਾਰੇ ਲੋਕਾਂ ਨੇ 99% ਲੋਕਾਂ ਨੇ ਤੁਹਾਡਾ ਸਮਾਜਿਕ ਬਾਈਕਾਟ ਕਰਤਾ, ਫਿਰ ਤੁਸੀਂ ਪਿੰਡਾਂ 'ਚ ਲੈਣ ਕੀ ਆਉਨੇ ਹੋ? ਇੱਥੇ ਕਰਨ ਕੀ ਆਉਨੇ ਹੋ? ਫਿਰ ਤਾਂ ਭਰਾਵੋ ਉਹੀ ਹੋਊ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਕੀਤੀ ਹੈ। ਲੋਕ ਉਹੀ ਕੁਛ ਕਰਨਗੇ ਜਿਹੜਾ ਤੁਸੀਂ ਪਿਛਲੇ ਦਿਨਾਂ 'ਚ ਕੀਤਾ ਜਦੋਂ ਉਹ ਪਿੰਡਾਂ ਦੇ ਵਿੱਚ ਆਉਣਗੇ। ਮੈਨੂੰ ਸਵਾਲ ਕਰਤਾ ਪ੍ਰੈਸ ਵਾਲਿਆਂ ਨੇ, ਕਹਿੰਦੇ ਜੀ ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਹੈ। ਮੈਂ ਕਿਹਾ ਜੇ ਹਰਿਆਣੇ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਫਿਰ ਖੱਟਰ ਉਹਦਾ ਹੈਲੀਕਾਪਟਰ ਕਿਉਂ ਨਹੀਂ ਲਾਉਂਦਾ? ਲਾ ਕੇ ਦਿਖਾਵੇਗਾ, ਜਾਂ ਉਹਦਾ ਉਪ ਮੁੱਖ ਮੰਤਰੀ ਹੈਲੀਕਾਪਟਰ ਲਾ ਕੇ ਦਿਖਾਵੇ। ਭਰਾਵੋ ਹਰਿਆਣੇ ਵਾਲੇ ਆਪਾਂ ਤੋਂ ਮੂਹਰੇ ਨਿਕਲ ਗਏ, ਮੇਰਾ ਖਿਆਲ ਹੈ। ਮੈਂ ਇੱਕ ਗੱਲ ਜ਼ਰੂਰ ਕਹਿ ਕੇ ਜਾਊਂਗਾ, ਕਾਂਗਰਸੀ ਪਿੰਡਾਂ 'ਚ ਆਉਂਦੇ ਨੇ, ਕਾਲੀ ਪਿੰਡਾਂ 'ਚ ਆਉਂਦੇ ਨੇ, ਆਮ ਪਾਰਟੀ ਵਾਲੇ ਪਿੰਡਾਂ 'ਚ ਆਉਂਦੇ ਨੇ, ਉਹਨਾਂ ਤੋਂ ਪੁੱਛੋ ਸਵਾਲ। ਹਜੇ ਉਹਨਾਂ ਦੇ ਕੱਪੜੇ ਕੁਪੜੇ ਨਹੀਂ ਲਾਉਣੇ, ਉਹ ਤੋਂ ਰੱਖਿਓ ਥੋੜੀ ਜਿਹੀ ਬਚਤ। ਉਹਨਾਂ ਤੋਂ ਕੱਲੇ ਸਵਾਲ ਪੁੱਛ ਲਓ। ਮੁੱਖ ਦੁਸ਼ਮਣ
ਕੱਲੀ ਭਾਰਤੀ ਜਨਤਾ ਪਾਰਟੀ ਹੈ, ਉਹਨੂੰ ਮੁੱਖ ਦੁਸ਼ਮਣ ਨੂੰ ਨਾ ਪਿੰਡਾਂ 'ਚ ਬਣਨ ਦੇਈਏ ਨਾ ਸ਼ਹਿਰਾਂ 'ਚ ਬਣਨ ਦੇਈਏ, ਚਾਹੇ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈ ਜਾਣ। ਇਸ ਕਰਕੇ ਇਹੀ ਬੇਨਤੀ ਕਰਨਾ ਆ, ਅੰਦੋਲਨ ਦੇ ਵਿੱਚ ਤੁਹਾਡੀ ਹਰ ਵਕਤ ਦਿਮਾਗ, ਸੋਚ, ਸਮਝ ਅੰਦੋਲਨ ਦੇ ਵਿੱਚ ਚਾਹੀਦੀ ਹੈ। ਅੰਦੋਲਨ ਦੀਆਂ ਜੜ੍ਹਾਂ ਪਤਾਲ 'ਚ ਲੱਗ ਗਈਆਂ, ਪਤਾਲ 'ਚ। ਮੋਦੀ ਨੇ ਤਾਂ ਕਿੱਲ ਗੱਡੇ ਜੀ 1.5 ਫੁੱਟ ਦੇ। ਉਸ ਅੰਦੋਲਨ ਦੇ ਵਿੱਚ ਘੱਟੋ ਘੱਟ 300 ਮੋਟਰ ਲੱਗ ਗਈ ਪਾਣੀ ਵਾਲੀ, ਜਿਹੜੀ ਕਹਿੰਦੀ ਹੈ 150 ਫੁੱਟ ਡੂੰਘੀ ਲੱਗਦੀ ਹੈ, ਤੇ ਸਾਡੀਆਂ ਜੜ੍ਹਾਂ ਪਤਾਲ 'ਚ ਲੱਗ ਗਈਆਂ। ਪੱਕੇ ਸੈੱਡ ਪਾ ਲਏ, ਕਿਹੜਾ ਸਾਡੇ ਅੰਦੋਲਨ ਨੂੰ ਹਿਲਾ ਦੂਗਾ? ਇਸ ਕਰਕੇ ਬੇਨਤੀ ਕਰਨਾ ਆ, ਇਹਨਾਂ ਦਾ ਇੱਕ ਜਿਵੇਂ ਚੰਗਾ ਪਾਲਤੂ ਕੁੱਤਾ ਰੱਖਿਆ ਹੁੰਦਾ ਗਰੇਵਾਲ, ਉਹ ਸਾਰੇ ਲੀਡਰਾਂ ਦੇ ਖਿਲਾਫ ਬੋਲਦਾ ਹੈ। ਇੱਕ ਦਿਨ ਸੱਚੀ ਲੈ ਕਹਿੰਦਾ ਵੀ ਰੁੱਦੂ ਸਿੰਘ ਤਾਂ ਕਾਮਰੇਡ ਹੈ। ਮੈਂ ਕਿਹਾ ਵੀ ਤੈਨੂੰ ਕੌਣ ਦੱਸ ਗਿਆ ਮੈਂ ਕਾਮਰੇਡ ਹਾਂ? ਠੀਕ ਹੈ, ਇੱਥੇ ਦੋ ਵਿਚਾਰ ਨੇ, ਇੱਕ ਵਿਚਾਰ ਹੈ ਸਮਾਜਵਾਦ, ਇੱਕ ਵਿਚਾਰ ਹੈ ਪੂੰਜੀਵਾਦ। ਅਸੀਂ ਆ ਜਿਹੜੇ ਲੀਡਰ ਬੈਠੇ ਆ ਸਾਰੇ, ਅਸੀਂ ਸਮਾਜਵਾਦ ਵਿਚਾਰਾਂ ਵਾਲੇ ਲੀਡਰ ਆ, ਸਮਾਜਵਾਦ ਵਿਚਾਰਾਂ, ਪੂੰਜੀਵਾਦ ਵਾਲੇ ਲੀਡਰ ਨਹੀਂ ਹੈਗੇ। ਅੱਜ ਪ੍ਰੈਸ ਮੇਰੇ ਘਰੇ ਵਗ ਗਈ, ਮੈਂ ਵੀ ਰਾਤ ਘਰੇ ਠਹਿਰਿਆ ਹੋਇਆ ਸੀਗਾ, ਤਾਂ ਪ੍ਰੈਸ ਵਾਲੇ ਨੇ ਘਰਦਿਆਂ ਨੂੰ ਸੱਦ ਲਿਆ ਵੀ ਸੋਨੂੰ ਘਰੇ ਵਾਲਾ ਕਹਿੰਦਾ ਵੀ ਤੁਸੀਂ ਪ੍ਰਧਾਨ ਲੜਦੇ ਰਹੇ ਹੋ। ਉਹਨੇ ਜਵਾਬ ਦਿੱਤਾ ਕਰਾਰਾ, ਉਹ ਕਹਿੰਦੀ ਪ੍ਰਧਾਨ ਜੀ ਦਾ ਹਜੇ ਕਾਮਰੇਡ ਹੈ ਹੀ ਨਹੀਂ, ਤੇ ਮੈਂ ਤਾਂ ਕਾਮਰੇਡਾਂ ਦੀ ਕੁੜੀ ਆ, ਜੰਗੀਰ ਸਿੰਘ ਜੋਗੇ ਦੀ ਭਤੀਜੀ ਆ, ਮੈਂ ਹੈ ਹੀ ਕਾਮਰੇਡਾਂ ਦੀ ਕੁੜੀ। ਹੁਣ ਜਿਹੜੇ ਬੰਦੇ ਕਾਮਰੇਡ ਹੋਵੇ ਉਹ ਲੜਾਈ ਤੋਂ ਪਾਸੇ ਭੱਜੂਗਾ, ਉਹਦਾ ਪਰਿਵਾਰ ਲੜੂਗਾ। ਮੈਂ ਇੱਕੋ ਹੀ ਗੱਲ ਕਹਿ ਕੇ ਗੱਲ ਆਪਣੀ ਸਮਾਤ ਕਹਿੰਦਾ, ਸਮਾਂ ਧਿਆਨ 'ਚ ਰੱਖਣਾ। ਰੁੱਦੂ ਸਿੰਘ ਤੇ 28 ਪਰਚੇ ਦਰਜ ਹੋਏ ਨੇ, ਸਮਝ ਲਿਓ ਹੁਣ ਤੁਸੀਂ। ਮੇਰੇ ਬੇਟੇ ਤੇ 18 ਪਰਚੇ ਦਰਜ ਹੋਏ ਨੇ, ਮੇਰੇ ਨਾਲ ਕੰਮ ਕਰਦਾ। ਆ ਪਿਛਲੇ ਹਫ਼ਤੇ ਇੱਕ ਗਰੀਬ ਸੇਠ ਦੀ ਕੋਠੀ ਕੁਰਕੁੰਦੀ ਦੀ ਜਿੰਦਾ ਲੱਗਦਾ ਸੀਗਾ, ਮੇਰੇ ਪੋਤੇ ਨੇ ਆਪਦੇ ਨੌਜਵਾਨ ਲਿਜਾ ਕੇ ਉਹ ਕੁਰਕੀ ਰੋਕੀ ਹੈ, ਤੇ 2 ਰਾਤਾਂ ਥਾਣੇ 'ਚ ਰਿਹਾ, ਉਹ ਤੇ ਪਰਚਾ ਦਰਜ ਹੋਇਆ। ਮੈਂ ਵਧਾਈ ਦਾ ਪਾਤਰ ਹਾਂ, ਤੀਜੀ ਪੀੜ੍ਹੀ ਤੇ ਪਰਚਾ ਦਰਜ ਹੋਇਆ। ਚਾਹੇ ਸਾਨੂੰ ਕੋਈ ਵੀ ਕੁਛ ਕਹੀ ਜਾਵੇ, ਤੇ ਜਿਹੜੇ ਇੱਥੇ ਆਗੂਆਂ ਨੇ, ਜਾਖੜ ਸਾਹਿਬ, ਵਕੀਲ ਸਾਹਿਬ, ਬਸਨੋਈ ਜੀ, ਨੌ ਮੈਂ ਘੱਟ ਜਾਣਦਾ, ਜਿੰਨੀ ਵੀ ਟੀਮ ਹੈ, ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜਿਹੜਿਆਂ ਨੇ ਇੱਥੇ ਇੰਨਾ ਇਕੱਠ ਕੀਤਾ, ਪ੍ਰਬੰਧ ਕੀਤਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਬੋਲ